हाँ जी विद्यार्थियों, सत श्री अकाल। फिर स्वागत है तुहाडा पंजाबी भाषा की जमात विच। अज आपां गल करांगे पंजाबी भाषा अध्यापक की। पंजाबी भाषा अध्यापक दे विच किहड़े गुण होने चाहिए हैं ते किहड़े गुण नहीं होने चाहिए। मेरा कहण दा मतलब भी किहड़ियां गल्लां ਉਹਦੇ ਵਿੱਚ ਹੋਣੀਆਂ ਚਾਹੀਦੀਆਂ ਹਨ। ਜ਼ਰੂਰੀ ਗੱਲਾਂ ਇੱਕ ਅਧਿਆਪਕ ਨੂੰ ਕੁਝ ਕੁ ਰੂਲਸ, ਕੁਝ ਕੁ ਨਿਯਮ ਫੋਲੋ ਕਰਨੇ ਪੈਂਦੇ ਹਨ ਜੋ ਜ਼ਰੂਰੀ ਵੀ ਹਨ ਸਮਾਜ ਵਾਸਤੇ ਅਤੇ ਵਿਦਿਆਰਥੀ ਜੀਵਨ ਦੀ ਭਲਾਈ ਵਾਸਤੇ। ਅਧਿਆਪਕ ਨੂੰ ਇੱਕ ਸੱਚਾ ਸੁੱਚਾ ਜੀਵਨ ਜੀਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ। ਉਹਦੇ ਵਾਸਤੇ ਆਪਾਂ ਗੱਲ ਕਰਾਂਗੇ ਜੀ ਪੰਜਾਬੀ ਭਾਸ਼ਾ ਦਾ ਅਧਿਆਪਕ। ਲਓ ਜੀ ਇੱਕ ਸੋਹਣੀ ਜਿਹੀ ਤਸਵੀਰ ਬਣਾਉਣੇ ਆਪਾਂ ਪੰਜਾਬੀ ਭਾਸ਼ਾ ਦੇ ਅਧਿਆਪਕ ਦੀ, ਸ਼ਬਦਾਂ ਦੇ ਦੁਆਰਾ ਬਣਾਉਣੀ ਹੈ ਤਸਵੀਰ। ਦੇਖਦੇ ਹਾਂ ਕਿੰਨੀ ਕੁ ਸੋਹਣੀ ਤਸਵੀਰ ਬਣਦੀ ਹੈ ਕਿ ਅਧਿਆਪਕ ਹੈ ਜਿਹੜਾ ਕਿਸੇ ਵੀ ਭਾਸ਼ਾ ਦਾ ਜਾਂ ਕੋਈ ਵੀ ਅਧਿਆਪਕ ਸਕੂਲ ਦੇ ਵਿੱਚ ਜੋ ਪੜ੍ਹਾ ਰਿਹਾ ਉਹ ਕਿਵੇਂ ਦੀ ਸ਼ਖਸੀਅਤ ਹੋਣੀ ਚਾਹੀਦੀ ਹੈ। ਲਓ ਜੀ ਆ ਜਾਓ ਬੇਟਾ ਜੀ, ਕਰਦੇ ਹਾਂ ਗੱਲ। ਅਧਿਆਪਕ ਰਾਸ਼ਟਰ ਦਾ ਨਿਰਮਾਤਾ ਹੁੰਦਾ ਹੈ। ਬਿਲਕੁਲ ਸਹੀ ਹੈ। ਰਾਸ਼ਟਰ ਦੇ ਨਿਰਮਾਣ ਵਿੱਚ ਅਧਿਆਪਕ ਹੈ ਜਿਹੜਾ ਬਹੁਤ ਇੰਪੋਰਟੈਂਟ, ਸਭ ਤੋਂ ਇੰਪੋਰਟੈਂਟ ਭੂਮਿਕਾ ਨਿਭਾਉਂਦਾ ਹੈ। ਅਧਿਆਪਕ ਹੀ ਹੈ ਜਿਹਦੇ ਕੋਲੋਂ ਵਿਦਿਆਰਥੀ ਪੜ੍ਹ ਕੇ ਕੋਈ ਡਾਕਟਰ ਬਣਦਾ ਹੈ, ਕੋਈ ਇੰਜੀਨੀਅਰ ਬਣਦਾ ਹੈ, ਕੋਈ IAS ਬਣਦਾ ਹੈ, ਕੋਈ RAS ਬਣਦਾ ਹੈ, ਕੋਈ ਉੱਚ ਪਦ 'ਤੇ ਅਧਿਕਾਰੀ ਬਣਦਾ ਹੈ, ਕੋਈ IPS ਬਣਦਾ ਹੈ। ਇਹ ਸਾਰੇ ਕਿਵੇਂ ਬਣਦੇ ਆ ਬੇਟਾ ਜੀ? ਅਧਿਆਪਕ ਕੋਲੋਂ ਪੜ੍ਹ ਕੇ। ਇਸ ਕਰਕੇ ਇਸ ਨੂੰ ਕਿਹਾ ਜਾਂਦਾ ਹੈ ਅਧਿਆਪਕ ਰਾਸ਼ਟਰ ਦਾ ਨਿਰਮਾਤਾ ਹੁੰਦਾ ਹੈ। ਤੁਸੀਂ ਭਵਿੱਖ ਦੇ ਅਧਿਆਪਕ ਹੋ ਅਤੇ ਤੁਸੀਂ ਭਵਿੱਖ ਦਾ ਜੋ ਰਾਸ਼ਟਰ ਹੈ ਉਸ ਦੇ ਨਿਰਮਾਤਾ ਬਣੋਗੇ। ਆ ਜਾਓ ਜੀ ਅੱਗੇ। ਦੇਸ਼ ਦੀ ਪ੍ਰਗਤੀ ਸਿੱਖਿਆ ਉੱਪਰ ਨਿਰਭਰ ਕਰਦੀ ਹੈ। ਬਿਲਕੁਲ ਸਹੀ ਹੈ। ਕਿਸੇ ਦੇਸ਼ ਦਾ ਵਿਕਾਸ ਹੈ ਜਿਹੜਾ ਉਹ ਉੱਥੋਂ ਦੀ ਐਜੂਕੇਸ਼ਨ ਦੇ ਉੱਪਰ ਨਿਰਭਰ ਕਰਦਾ। ਗੱਲ ਬਿਲਕੁਲ ਜਾਇਜ਼ ਹੈ। ਅੱਗੇ ਗੱਲ ਵੇਖਦੇ ਹਾਂ ਕੀ ਆ। ਸਿੱਖਿਆ ਦੇ ਆਧੁਨਿਕ ਸਿਧਾਂਤਾਂ ਦੇ ਅਨੁਸਾਰ ਸਿੱਖਣ ਪ੍ਰਕਿਰਿਆ ਦੇ 3 ਮੁੱਖ ਬਿੰਦੂ ਹਨ। ਦੇਖੋ ਜੀ ਸਿੱਖਣ ਪ੍ਰਕਿਰਿਆ ਹੈ ਜਿਹੜੀ ਉਹ 3 ਮੁੱਖ ਬਿੰਦੂਆਂ ਦੇ ਵਿੱਚੋਂ ਦੀ ਲੰਘਦੀ ਹੈ। 3 ਮੁੱਖ ਬਿੰਦੂ ਹਨ। ਕਿਹੜੇ ਕਿਹੜੇ? ਅਧਿਆਪਕ, ਵਿਦਿਆਰਥੀ ਅਤੇ ਵਿਸ਼ਾ ਵਸਤੂ। ਉਹਦੇ ਵਿੱਚ ਕੀ ਹੈ ਦੇਖ ਲਓ। ਵਿਦਿਆਰਥੀ ਹੈ ਜਿਹੜਾ ਉਹ ਕੇਂਦਰੀ ਧੁਰਾ ਹੈ। ਬਹੁਤ ਵਾਰੀ ਪ੍ਰਸ਼ਨ ਆ ਚੁੱਕਿਆ ਹੈ ਕਿ ਆਧੁਨਿਕ ਸਿੱਖਿਆ ਸਿਧਾਂਤਾਂ ਦੇ ਵਿੱਚ ਸਿੱਖਣ ਪ੍ਰਕਿਰਿਆ ਦਾ ਕੇਂਦਰੀ ਧੁਰਾ ਕੌਣ ਹੈ? ਕੇਂਦਰ ਕੌਣ ਹੈ? ਉਹ ਕੌਣ ਹੈ ਜੀ? ਵਿਦਿਆਰਥੀ। ਅਧਿਆਪਕ ਕੀ ਹੈ ਉਹਦੇ ਵਿੱਚ? ਚੇਤਨਸ਼ੀਲ ਪ੍ਰਾਣੀ ਹੈ। ਚੇਤਨਸ਼ੀਲ ਹੈ ਜੋ ਚੌਕੰਨਾ, ਚੌਕਸ ਆਪਾਂ ਜਿਹਨੂੰ ਕਹਿ ਦਿੰਦੇ ਹਾਂ, ਚੇਤਨਸ਼ੀਲ ਪ੍ਰਾਣੀ। ਅਤੇ ਕਿਰਿਆਸ਼ੀਲ ਬਿੰਦੂ ਹਨ। ਇਹ ਹੈ ਜਿਹੜਾ ਅਧਿਆਪਕ ਚੇਤਨਸ਼ੀਲ ਅਤੇ ਕਿਰਿਆਸ਼ੀਲ ਬਿੰਦੂ ਹੈ ਜੋ ਆਪਣੀ ਚੇਤਨਤਾ ਅਤੇ ਕਿਰਿਆਸ਼ੀਲਤਾ ਦੀ ਸਹਾਇਤਾ ਨਾਲ ਵਿਸ਼ੇ ਵਸਤੂ ਨੂੰ ਵਿਦਿਆਰਥੀ ਦੇ ਨਾਲ ਜੋੜਦਾ ਹੈ। ਇਹਦੇ ਵਿੱਚ ਕੇਂਦਰੀ ਧੁਰਾ ਕੌਣ ਹੈ? ਬਾਲਕ ਜਾਂ ਵਿਦਿਆਰਥੀ ਹੈ। ਅਗਲੀ ਇਹਦੇ ਵਿੱਚ ਹੁਣ ਧਿਆਨ ਰੱਖਿਓ ਵੀ ਆਹ ਤਾਂ ਪ੍ਰਸ਼ਨ ਬਹੁਤ ਵਾਰੀ ਪੁੱਛਿਆ ਜਾ ਸਕਿਆ ਵੀ ਕੇਂਦਰੀ ਧੁਰਾ ਕੌਣ ਹੈ? ਸਿੱਖਿਆ ਦਾ ਕੇਂਦਰ ਕੌਣ ਹੈ ਜੀ? ਬਾਲਕ। ਪਰ ਉਹਦੇ ਵਿੱਚ ਸਿੱਖਿਆ ਦੇ ਵਿੱਚ ਚੇਤਨਸ਼ੀਲ ਅਤੇ ਕਿਰਿਆਸ਼ੀਲ ਬਿੰਦੂ ਕੌਣ ਹੈ? ਚੇਤਨਸ਼ੀਲ ਇਕੱਲਾ ਵੀ ਪੁੱਛ ਸਕਦਾ ਵੀ ਚੇਤਨਸ਼ੀਲ ਕੌਣ ਹੈ, ਚੇਤਨਸ਼ੀਲ ਬਿੰਦੂ ਕੌਣ ਹੈ, ਜਾਂ ਕਿਰਿਆਸ਼ੀਲ ਬਿੰਦੂ ਕੌਣ ਹੈ, ਜਾਂ ਦੋਨੋਂ ਹੀ ਪੁੱਛ ਸਕਦਾ ਚੇਤਨਸ਼ੀਲ ਅਤੇ ਕਿਰਿਆਸ਼ੀਲ ਬਿੰਦੂ ਕੌਣ ਹੈ। ਤਾਂ ਉਹਦਾ ਜਵਾਬ ਆਵੇਗਾ ਜੀ ਅਧਿਆਪਕ। ਜੌਨ ਐਡਮਜ਼ ਕੀ ਕਹਿੰਦਾ? ਜੌਨ ਐਡਮਜ਼ ਕਹਿੰਦਾ ਅਧਿਆਪਕ ਮਨੁੱਖ ਦਾ ਨਿਰਮਾਤਾ ਹੈ। ਅਧਿਆਪਕ ਕਾਮਨ ਗੱਲ ਹੈ, ਅਧਿਆਪਕ ਰਾਸ਼ਟਰ ਦਾ ਨਿਰਮਾਤਾ ਹੈ। ਪਰ ਜੌਨ ਐਡਮਜ਼ ਕੀ ਕਹਿੰਦਾ? ਅਧਿਆਪਕ ਮਨੁੱਖ ਦਾ ਨਿਰਮਾਤਾ ਹੈ। ਜੌਨ ਐਡਮਜ਼ ਦੇ ਅਨੁਸਾਰ ਅਧਿਆਪਕ ਮਨੁੱਖ ਦਾ ਨਿਰਮਾਤਾ ਹੈ। ਪੰਜਾਬੀ ਭਾਸ਼ਾ ਅਧਿਆਪਕ ਦੇ ਗੁਣ ਕਿਹੜੇ ਕਿਹੜੇ ਹੋਣੇ ਚਾਹੀਦੇ ਹਨ? ਦੇਖੋ ਜੀ ਕਿਹੜੇ ਕਿਹੜੇ ਗੁਣ ਹੋਣੇ ਚਾਹੀਦੇ ਹਨ? 2 ਤਰ੍ਹਾਂ ਦੇ ਗੁਣ ਹੋਣੇ ਚਾਹੀਦੇ ਹਨ, ਸਧਾਰਨ ਗੁਣ ਅਤੇ ਵਿਸ਼ੇਸ਼ ਗੁਣ। ਕਿਹੜੇ ਗੁਣ ਹੋਣੇ ਚਾਹੀਦੇ ਹਨ ਜੀ? 2। ਉਸ ਦੇ ਗੁਣਾਂ ਨੂੰ 2 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ, ਸਧਾਰਨ ਗੁਣ ਅਤੇ ਵਿਸ਼ੇਸ਼ ਗੁਣ। ਆਓ ਦੇਖਦੇ ਹਾਂ ਸਧਾਰਨ ਗੁਣ ਕਿਹੜੇ ਕਿਹੜੇ ਹੋਣੇ ਚਾਹੀਦੇ ਹਨ। ਪ੍ਰਭਾਵਸ਼ਾਲੀ ਸ਼ਖਸੀਅਤ, ਉਸ ਦੀ ਪਰਸਨੈਲਿਟੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜਿਸ ਦਾ ਵਿਦਿਆਰਥੀਆਂ ਅਤੇ ਸਮਾਜ ਦੇ ਉੱਪਰ ਪ੍ਰਭਾਵ ਪਵੇ। ਕਿਹੜਾ ਪ੍ਰਭਾਵ? ਸਕਾਰਾਤਮਕ ਪ੍ਰਭਾਵ। ਪ੍ਰਭਾਵਸ਼ੀਲ ਜਿਹੜੀ ਸ਼ਖਸੀਅਤ ਆ ਉਹ ਕਿਵੇਂ ਹੁੰਦੀ ਹੈ? ਚੰਗੀ ਸਿਹਤ। ਅਧਿਆਪਕ ਨੂੰ ਆਪਣੇ ਸਰੀਰ ਦਾ ਧਿਆਨ ਬਹੁਤ ਰੱਖਣਾ ਚਾਹੀਦਾ ਹੈ। ਸਿਹਤ ਦਾ ਧਿਆਨ, ਅਧਿਆਪਕ ਵਾਸਤੇ ਸਿਹਤ ਦਾ ਧਿਆਨ ਬਹੁਤ ਜ਼ਰੂਰੀ ਹੈ। ਵੈਸੇ ਵੀ ਸਰਕਾਰ ਨੇ ਹੁਣ OPS ਦੁਆਰੇ ਲਾਗੂ ਕਰਤੀ ਹੈ, ਓਲਡ ਪੈਨਸ਼ਨ ਸਕੀਮ। ਹੁਣ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ ਅਤੇ OPS ਸਕੀਮ ਦਾ ਰਿਟਾਇਰਮੈਂਟ ਤੋਂ ਬਾਅਦ ਵੱਧ ਤੋਂ ਵੱਧ ਲਾਹਾ ਲੈ ਸਕਣ। ਜਨਹਿਤ ਮੇਂ ਜਾਰੀ। ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਜੀ ਸਾਦਗੀ ਹੋਣੀ ਚਾਹੀਦੀ ਹੈ। ਅਧਿਆਪਕ ਤੜਕਦਾ ਭੜਕਦਾ ਨਹੀਂ ਹੋਣਾ ਚਾਹੀਦਾ, ਸਾਦੇ ਕੱਪੜੇ ਪਾਏ ਹੋਣੇ ਚਾਹੀਦੇ ਹਨ। ਹਾਂਜੀ, ਸਦਗੁਣ, ਚੰਗੇ ਗੁਣ ਧਾਰਨ ਕੀਤੇ ਹੋਣੇ ਚਾਹੀਦੇ ਹਨ। ਆਵਾਜ਼ ਮਿੱਠੀ
ਜਿਵੇਂ ਕਿ ਮੇਰੀ ਨਹੀਂ ਹੈ। ਹਾਂ, ਆਵਾਜ਼ ਮਿੱਠੀ ਅਤੇ ਦਿਲ ਖਿੱਚਵੀਂ ਹੋਣੀ ਚਾਹੀਦੀ ਹਨ, ਜਿਹੜੀ ਕੀ ਹੈ ਕਸ਼ਿਸ਼ ਜਿਹਨੂੰ ਕਹਿ ਦਿੰਦੇ ਆ, ਆਵਾਜ਼ ਦੇ ਵਿੱਚ ਕਸ਼ਿਸ਼ ਵਾਲੀ ਆਵਾਜ਼, ਦਿਲ ਖਿੱਚਵੀਂ ਹੋਣੀ ਚਾਹੀਦੀ ਹਨ। ਕਥਨੀ ਤੇ ਕਰਨੀ ਦਾ ਮਾਲਕ ਹੋਣਾ ਚਾਹੀਦਾ ਹੈ। ਮਤਲਬ ਕੀ ਹੈ ਵੀ ਜਿਹੜੀ ਗੱਲ ਕਹਿਤੀ ਉਹ ਕਰਕੇ ਵਿਖਾਉਣੀ, ਉਹਨੂੰ ਕਿਹਾ ਜਾਂਦਾ ਕਥਨੀ ਤੇ ਕਰਨੀ ਦਾ ਮਾਲਕ। ਮਤਲਬ ਗੱਲ ਕੀ ਹੈ, ਵੈਸੇ ਤਾਂ ਗੱਲਾਂ ਚੇਤੇ ਰੱਖਣ ਵਾਲੀਆਂ ਆਹ ਹੀ ਹੈ ਜੋ ਡਾਰਕ ਕੀਤੀਆਂ ਹੋਈਆਂ ਲਿਖੀਆਂ, ਬਾਕੀ ਤਾਂ ਚਲੋ ਕੋਈ ਨਹੀਂ, ਅੱਗੇ ਹੋਰ ਦੇਖਦੇ ਹਾਂ। ਵਿਦਿਆਰਥੀਆਂ ਪ੍ਰਤੀ ਹਮਦਰਦੀ ਅਤੇ ਪ੍ਰੇਮ, ਇਮਾਨਦਾਰੀ, ਗ੍ਰਹਿਣਸ਼ੀਲਤਾ ਅਤੇ ਫਰਜ਼ਾਂ ਪ੍ਰਤੀ ਨਿਸ਼ਠਤਾ, ਇਹ ਸਾਰੀਆਂ ਚੀਜ਼ਾਂ ਇੱਕ ਪ੍ਰਭਾਵਸ਼ਾਲੀ ਸ਼ਖਸੀਅਤ ਦੇ ਵਿੱਚ ਹੋਣੀਆਂ ਚਾਹੀਦੀਆਂ ਹਨ। ਇਹ ਸਾਰੇ ਸਧਾਰਨ ਗੁਣਾਂ ਦੇ ਵਿੱਚ ਆਉਂਦੇ ਆ। ਦੇਖ ਲਓ, ਪ੍ਰਸ਼ਨ ਇੱਥੋਂ ਵੀ ਬਣਦਾ ਹੈ, ਅਧਿਆਪਕ ਦੇ ਸਧਾਰਨ ਗੁਣ ਕਿਹੜਾ ਹੈ ਹੇਠ ਲਿਖਿਆਂ ਵਿੱਚੋਂ, ਜਾਂ ਹੇਠ ਲਿਖਿਆਂ ਵਿੱਚੋਂ ਅਧਿਆਪਕ ਦਾ ਸਧਾਰਨ ਗੁਣ ਕਿਹੜਾ ਨਹੀਂ ਹੈ। ਦੂਸਰੇ ਤਰ੍ਹਾਂ ਦਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜਾ ਅਧਿਆਪਕ ਦਾ ਵਿਸ਼ੇਸ਼ ਗੁਣ ਹੈ। ਚੌਥਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜਾ ਅਧਿਆਪਕ ਦਾ ਵਿਸ਼ੇਸ਼ ਗੁਣ ਨਹੀਂ ਹੈ। ਇੱਕ ਸਧਾਰਨ ਗੁਣ ਕਿਹੜਾ ਹੈ, ਕਿਹੜਾ ਸਧਾਰਨ ਗੁਣ ਨਹੀਂ ਹੈ, ਦੋ ਪ੍ਰਸ਼ਨ ਇਹ ਬਣਦੇ ਆ। ਤੇ ਵਿਸ਼ੇਸ਼ ਗੁਣ ਕਿਹੜਾ ਹੈ ਜਾਂ ਵਿਸ਼ੇਸ਼ ਗੁਣ ਕਿਹੜਾ ਨਹੀਂ ਹੈ, ਚਾਰ ਪ੍ਰਸ਼ਨ ਟੋਟਲ ਬਣਦੇ ਆ ਗੁਣਾਂ ਦੇ ਵਿੱਚੋਂ। ਹਾਂ, ਸਿੱਖਿਆ ਅਤੇ ਉਪਾਧੀਆਂ ਹੋਣੀਆਂ ਚਾਹੀਦੀਆਂ। ਲੋੜੀਂਦੀ ਸਿੱਖਿਆ ਯੋਗਤਾ, ਜਿਵੇਂ ਤੁਹਾਡੇ ਆ, ਤੁਹਾਡੇ ਵਿੱਚੋਂ BEd ਵਾਲੇ ਵੀ ਹੈ ਅਤੇ BSTC ਵਾਲੇ ਵੀ ਹੈ, ਇਹ ਯੋਗਤਾ ਹੋਣੀ ਚਾਹੀਦੀ ਹੈ। ਯੋਗਤਾ ਪ੍ਰਮਾਣ ਪੱਤਰ ਵੀ ਹੋਣਾ ਚਾਹੀਦਾ। ਸਿੱਖਿਆ ਦੇ ਲਾਇਕ ਹੈ, ਜਿਹੜਾ ਮਤਲਬ ਪੜ੍ਹਾਉਣ ਦੇ ਲਾਇਕ ਹੈ, ਅਧਿਆਪਨ ਦੇ ਲਾਇਕ ਕੌਣ ਹੈ, ਜਿਹਨੇ BSTC BEd ਕੀਤੀ ਹੈ। ਸਿਖਲਾਈ, ਅਧਿਆਪਨ ਦੇ ਵਿੱਚ ਕੁਸ਼ਲਤਾ ਹੋਣੀ ਚਾਹੀਦੀ ਹੈ। ਸਿੱਖਿਆ ਦਾ ਸਿਧਾਂਤਕ ਅਤੇ ਵਿਵਹਾਰਿਕ ਦੋਨੋਂ ਤਰ੍ਹਾਂ ਦੀ ਵਰਤੋਂ ਹੋਣੀ ਚਾਹੀਦੀ ਹੈ ਅਧਿਆਪਕ ਨੂੰ। ਸਿੱਖਿਆ ਦੀ ਸਿਧਾਂਤਕ ਅਤੇ ਵਿਵਹਾਰਿਕ ਪ੍ਰਯੋਗ ਉਹਨੂੰ ਆਉਣੇ ਚਾਹੀਦੇ ਹਨ। ਅਧਿਆਪਨ ਅਨੁਭਵ ਹੋਣਾ ਚਾਹੀਦਾ ਹੈ, ਪੜ੍ਹਾਉਣ ਦਾ ਤਜਰਬਾ ਜਿਹਨੂੰ ਕਹਿ ਦਿੰਦੇ ਆ। ਬਾਲ ਮਨੋਵਿਗਿਆਨ ਦਾ ਗਿਆਨ ਹੋਣਾ ਚਾਹੀਦਾ ਹੈ। ਬੱਚੇ ਦੀ ਸਾਈਕੋਲੋਜੀ, ਉਸ ਨੂੰ ਪੜ੍ਹਨਾ ਬੜਾ ਜ਼ਰੂਰੀ ਹੈ, ਬਾਲ ਮਨੋਵਿਗਿਆਨ ਦਾ ਗਿਆਨ। ਅਗਰ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਤਾਂ ਤੁਸੀਂ ਸਾਰਿਆਂ ਨੂੰ ਇੱਕੋ ਜਿਹੇ ਸਮਝੋਗੇ, ਸਾਰੇ ਵਿਦਿਆਰਥੀਆਂ ਨੂੰ ਗਧੇ ਘੋੜੇ ਬਰਾਬਰ ਸਮਝੋਗੇ। ਤੁਸੀਂ ਗਧੇ ਘੋੜੇ ਖੱਚਰਾਂ ਤੁਸੀਂ ਸਾਰਿਆਂ ਨੂੰ ਬਰਾਬਰ ਕਰ ਦੇਣਾ ਹੈ। ਅਗਰ ਤੁਸੀਂ ਬਾਲ ਮਨੋਵਿਗਿਆਨ ਦਾ ਗਿਆਨ ਹੈਗਾ ਤੁਹਾਨੂੰ, ਤਾਂ ਤੁਸੀਂ ਗਧਿਆਂ ਨੂੰ ਅੱਡ ਕਰ ਲਓਗੇ ਅਤੇ ਘੋੜਿਆਂ ਨੂੰ ਅੱਡ ਕਰ ਲਓਗੇ। ਇਹਦੇ ਪਿੱਛੇ ਕਾਰਨ ਕੀ ਹੈ? ਕਿਉਂਕਿ ਇਹਦੇ ਨਾਲ ਤੁਹਾਨੂੰ ਸਮਝ ਆਵੇਗੀ ਬਾਲ ਮਨੋਵਿਗਿਆਨ ਦੀ ਸਹਾਇਤਾ ਨਾਲ ਕਿ ਕਿਹੜੇ ਵਿਦਿਆਰਥੀ ਦੀ ਕੈਚਿੰਗ ਪਾਵਰ ਕਿੰਨੀ ਹੈ, ਕਿਹੜਾ ਵਿਦਿਆਰਥੀ ਕਿਤਨੀ ਜਲਦੀ ਨੂੰ ਗੱਲ ਨੂੰ ਸਿੱਖਦਾ ਹੈ। ਜਿਹੜਾ ਜਲਦੀ ਸਿੱਖਦਾ ਹੈ ਉਹ ਵਿਦਿਆਰਥੀ ਹੁਸ਼ਿਆਰ ਹੈ। ਜਿਹੜਾ ਠੀਕ ਠਾਕ ਜੇ ਸਮੇਂ 'ਚ ਸਿੱਖਦਾ ਉਹ ਨੋਰਮਲ ਹੈ, ਕਾਮਨ ਜਿਹਾ ਵਿਚਾਰਾ, ਉਹਦਾ ਠੀਕ ਠਾਕ ਜਿਹਾ ਮਾਈਂਡ ਹੈ। ਅਤੇ ਜਿਹੜਾ ਮਤਲਬ ਸਿੱਖਦਾ ਹੀ ਨਹੀਂ ਅਤੇ ਉਹ ਵਿਚਾਰਾ ਕਮਜ਼ੋਰ ਵਿਦਿਆਰਥੀ ਹੈ। ਸਹਿਪਾਠੀ ਕਿਰਿਆਵਾਂ ਵੀ ਕਰਨੀਆਂ ਨਾਲ ਨਾਲ, ਇਕੱਲਾ ਪੜ੍ਹਾਉਣਾ ਨਹੀਂਗਾ, ਤੁਸੀਂ ਸਮਾਜ ਸੇਵਾ ਸੰਬੰਧੀ ਕਾਰਜ ਵੀ ਕਰਨੇ ਹੈ। ਕਿੱਤੇ ਪ੍ਰਤੀ ਨਿਸ਼ਠਤਾ ਹੋਣੀ ਚਾਹੀਦੀ ਹੈ। ਕਿ ਮਤਲਬ ਕੀ ਹੈ ਕਿ ਕਿੱਤਾ ਆਪਣਾ ਜਿਹੜਾ ਪ੍ਰੋਫੈਸ਼ਨ ਆ ਪੜ੍ਹਾਉਣਾ, ਕਿੱਤਾ ਪ੍ਰੋਫੈਸ਼ਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਕੰਮਕਾਰ, ਉਹਦੇ ਪ੍ਰਤੀ ਨਿਸ਼ਠਤਾ। ਵਿਗਿਆਨ ਅਤੇ ਉਦਾਰ ਦ੍ਰਿਸ਼ਟੀਕੋਣ ਹੋਣਾ ਚਾਹੀਦਾ ਹੈ। ਵਿਗਿਆਨਿਕ ਦ੍ਰਿਸ਼ਟੀਕੋਣ ਵਾਲਾ ਅਧਿਆਪਕ ਹੋਣਾ ਚਾਹੀਦਾ ਹੈ। ਟੂਣੇ ਟੱਪੇ ਕਰਨ ਵਾਲਾ ਅਧਿਆਪਕ ਨਹੀਂ ਹੋਣਾ ਚਾਹੀਦਾ। ਵਿਵਹਾਰਿਕ ਕੁਸ਼ਲਤਾ ਹੋਣੀ ਚਾਹੀਦੀ, ਕੁਸ਼ਲ ਵਿਵਹਾਰ ਹੋਣਾ ਚਾਹੀਦਾ ਹੈ। ਆਧੁਨਿਕ ਸਿੱਖਿਆ ਵਿਧੀਆਂ ਦਾ ਗਿਆਨ ਹੋਣਾ ਚਾਹੀਦਾ ਹੈ ਅਧਿਆਪਕ ਨੂੰ, ਵੀ ਕਿਹੜੀ ਸਿੱਖਿਆ ਵਿਧੀ ਮੈਂ ਕਿੱਥੇ ਲਾਗੂ ਕਰਨੀ ਹੈ, ਕਿਹੜੇ ਵਿਦਿਆਰਥੀ ਦੇ ਉੱਪਰ ਲਾਗੂ ਕਰਨੀ ਹੈ, ਕਿਹੜੀ ਜਮਾਤ ਨੂੰ ਸਿੱਖਿਆ ਵਿਧੀਆਂ ਦੀ ਜ਼ਿਆਦਾ ਜ਼ਰੂਰਤ ਹੈ, ਕਿਹੜੇ ਪਾਠ ਦੇ ਵਿੱਚ ਸਿੱਖਿਆ ਵਿਧੀਆਂ ਦੀ ਵਰਤੋਂ ਹੋਊਗੀ, ਕਿਹੜੇ ਵਿੱਚ ਨਹੀਂ ਹੋਊਗੀ। ਇਸ ਨੂੰ ਕਿਹਾ ਜਾਂਦਾ ਹੈ ਆਧੁਨਿਕ ਸਿੱਖਿਆ ਵਿਧੀਆਂ ਦਾ ਗਿਆਨ। ਲਓ ਬੇਟਾ ਜੀ, ਆ ਗਏ ਅਧਿਆਪਕ ਦੇ ਵਿਸ਼ੇਸ਼ ਗੁਣ। ਉਹ ਸੀਗੇ ਸਧਾਰਨ ਗੁਣ। ਸਧਾਰਨ ਗੁਣਾਂ ਦੇ ਵਿੱਚ ਹੁਣ ਆ ਗਿਆ ਜੀ ਵਿਸ਼ੇਸ਼ ਗੁਣ। ਕਿਉਂਕਿ ਪੰਜਾਬੀ ਭਾਸ਼ਾ ਦਾ ਅਧਿਆਪਕ ਹੈ ਜਿਹੜਾ, ਉਹਦਾ ਕੰਮ ਕੀ ਹੈ? ਪੰਜਾਬੀ ਵਿਸ਼ੇ ਨੂੰ ਪੜ੍ਹਾਉਣਾ। ਹੁਣ ਜਿਹੜੇ ਵਿਸ਼ੇਸ਼ ਗੁਣ ਨੇ ਬੇਟਾ ਜੀ, ਜਿਹੜੇ ਵਿਸ਼ੇਸ਼ ਗੁਣ ਹੈ ਇਹਦੇ, ਉਹ ਇਸ ਦੇ ਵਿਸ਼ੇ ਨੂੰ ਪੜ੍ਹਾਉਣ ਦੇ ਨਾਲ ਸੰਬੰਧਿਤ ਹੈ। ਵਿਸ਼ੇਸ਼ ਗੁਣ, ਹਾਂ, ਉਸ ਦੇ ਵਿਸ਼ੇਸ਼ ਗੁਣ। ਪੰਜਾਬੀ ਭਾਸ਼ਾ ਦੇ ਉੱਪਰ ਅਧਿਕਾਰ। ਪਹਿਲੀ ਗੱਲ, ਸਭ ਤੋਂ ਪਹਿਲਾਂ ਭਾਸ਼ਾ ਦੇ ਉੱਪਰ ਅਧਿਕਾਰ ਹੋਣਾ ਬਹੁਤ ਜ਼ਰੂਰੀ ਹੈ। ਠੀਕ ਹੈ, ਨੌਲੇਜ ਘੱਟ ਹੋ ਸਕਦਾ ਹੈ ਕਿਸੇ ਗੱਲ ਦਾ, ਪਰ ਵਿਵਹਾਰ ਦੇ ਵਿੱਚ ਉਸ ਭਾਸ਼ਾ ਨੂੰ ਵਰਤਣਾ ਆਉਣਾ ਬੜਾ ਜ਼ਰੂਰੀ ਹੈ। ਕਾਮਨ ਗੱਲਾਂ, ਸਧਾਰਨ ਗੱਲਾਂ ਹੈ ਜਿਹੜੀਆਂ ਬੇਸ ਬਣਾਉਣ ਵਾਲੀਆਂ ਗੱਲਾਂ, ਉਹ ਗੱਲਾਂ ਨੂੰ ਯਾਦ ਰੱਖਣਾ ਬੜਾ ਜ਼ਰੂਰੀ ਹੈ। ਉਹਨਾਂ ਗੱਲਾਂ ਦੀ ਪ੍ਰੈਕਟਿਸ ਬੜੀ ਜ਼ਰੂਰੀ। ਪ੍ਰੈਕਟਿਸ ਦੇ ਨਾਲ ਹੀ ਭਾਸ਼ਾ ਦੇ ਉੱਪਰ ਅਧਿਕਾਰ ਹੋਊਗਾ। ਕਿਉਂਕਿ ਤੁਸੀਂ ਬਹੁਤ ਸਾਰੇ, ਮੈਂ ਤੁਹਾਨੂੰ ਅਧਿਆਪਕ ਵਿਖਾ ਦੂੰਗਾ ਜਿਨ੍ਹਾਂ ਨੂੰ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਪੜ੍ਹਾਉਂਦਿਆਂ ਨੂੰ, ਅਤੇ ਉਹਨਾਂ ਨੂੰ ਪੰਜਾਬੀ ਭਾਸ਼ਾ ਚੱਜ ਨਾਲ ਪੜ੍ਹਨੀ ਨਹੀਂ ਆਈ। ਬਹੁਤ ਸਾਰੇ ਜਿਹੜੇ ਅਧਿਆਪਕ ਆ ਉਹ ਪ੍ਰਯਾਸ ਨਹੀਂ ਕਰਦੇ, ਕੋਸ਼ਿਸ਼ ਨਹੀਂ ਕਰਕੇ ਰਾਜੀ।
ਹੋਰ ਦੇਖੋ ਅੱਗੇ, ਹਾਂਜੀ, ਪੰਜਾਬੀ ਸਾਹਿਤ ਦਾ ਗਿਆਨ ਹੋਣਾ ਬੜਾ ਜ਼ਰੂਰੀ ਹੈ ਬੇਟਾ ਜੀ। ਪੰਜਾਬੀ ਸਾਹਿਤ ਦਾ ਜਿੰਨਾ ਟਾਈਮ ਗਿਆਨ ਨਹੀਂ, ਉਹਨਾਂ ਟਾਈਮ ਉਹ ਜਿਹੜਾ ਮਤਲਬ ਕੀ ਹੈ ਵੀ ਉਹਦੇ ਮਗਰ ਜਿਹੜਾ ਲੁਕਿਆ ਹੋਇਆ ਮੰਤਵ ਉਦੇਸ਼ ਆਪਾਂ ਵਿਦਿਆਰਥੀ ਨੂੰ ਦੱਸ ਹੀ ਨਹੀਂ ਸਕਦੇ। ਅਗਰ ਪੰਜਾਬੀ ਸਾਹਿਤ ਦਾ ਨੌਲੇਜ ਨਹੀਂ ਹੈਗਾ, ਸਾਹਿਤ ਦਾ ਜਿਹੜਾ ਬੇਸ ਮੇਨ ਨੌਲੇਜ ਹੋਣਾ ਬਹੁਤ ਜ਼ਰੂਰੀ ਹੈ। ਸਾਹਿਤਕ ਗਤੀਵਿਧੀਆਂ ਦਾ ਗਿਆਨ ਹੋਣਾ ਬੜਾ ਜ਼ਰੂਰੀ ਹੈ। ਪੰਜਾਬੀ ਭਾਸ਼ਾ ਅਤੇ ਸਾਹਿਤ ਸੰਬੰਧੀ ਕਿਹੜੀਆਂ ਗਤੀਵਿਧੀਆਂ ਕਰਨੀਆਂ ਆਉਣੀਆਂ ਚਾਹੀਦੀਆਂ ਹਨ, ਉਹਨਾਂ ਦਾ ਗਿਆਨ ਬੜਾ ਜ਼ਰੂਰੀ ਹੈ। ਪੰਜਾਬੀ ਭਾਸ਼ਾ ਦੇ ਅਧਿਆਪਨ ਦਾ ਗਿਆਨ, ਪੰਜਾਬੀ ਭਾਸ਼ਾ ਨੂੰ ਕਿਵੇਂ ਪੜ੍ਹਾਇਆ ਜਾ ਸਕਦਾ ਹੈ। 6ਵੀਂ ਜਮਾਤ ਦੇ ਵਿਦਿਆਰਥੀ ਨੂੰ ਪੰਜਾਬੀ ਭਾਸ਼ਾ ਕਿਸ ਲਹਿਜੇ 'ਚ ਪੜ੍ਹਾਉਣੀ ਹੈ, 7ਵੀਂ ਦੇ ਨੂੰ ਕਿਹੜੇ ਦੇ ਵਿੱਚ, 10ਵੀਂ ਦੇ ਵਿਦਿਆਰਥੀ ਨੂੰ ਕਿਸ ਲਹਿਜੇ ਵਿੱਚ ਪੜ੍ਹਾਉਣਾ ਹੈ, 11ਵੀਂ 12ਵੀਂ ਦੇ ਵਿਦਿਆਰਥੀ ਨੂੰ ਕਿਸ ਪ੍ਰਕਾਰ ਨਾਲ ਪੜ੍ਹਾਉਣਾ ਹੈ। ਇਸ ਨੂੰ ਕਿਹਾ ਜਾਂਦਾ ਹੈ ਅਧਿਆਪਨ ਦਾ ਗਿਆਨ। ਪੰਜਾਬੀ ਸੱਭਿਆਚਾਰ ਦਾ ਗਿਆਨ ਹੋਣਾ ਚਾਹੀਦਾ ਹੈ ਜੀ। ਚਰਖਾ, ਪੂਣੀਆਂ ਅਤੇ ਤਰੰਜਣਾ, ਮੇਲੇ ਅਤੇ ਇਹਨਾਂ ਚੀਜ਼ਾਂ ਦਾ ਪੰਜਾਬੀ ਸੱਭਿਆਚਾਰ ਦਾ ਗਿਆਨ ਹੋਣਾ, ਤਿਉਹਾਰਾਂ ਦਾ ਗਿਆਨ ਹੋਣਾ, ਇਹ ਸਾਰੀਆਂ ਕਾਮਨ ਗੱਲਾਂ ਘਰਾਂ ਦੇ ਵਿੱਚ ਜਿਹੜੀਆਂ ਸੱਭਿਆਚਾਰ ਦੇ ਨਾਲ ਸੰਬੰਧਿਤ, ਉਹਨਾਂ ਦਾ ਗਿਆਨ ਹੋਣਾ ਬੜਾ ਜ਼ਰੂਰੀ ਹੈ ਜੀ। ਭਾਸ਼ਾ ਸ਼ੈਲੀ ਦਾ ਗਿਆਨ, ਭਾਸ਼ਾ ਅਤੇ ਸ਼ੈਲੀ ਦੋਨਾਂ ਦਾ ਗਿਆਨ ਹੋਣਾ। ਹੁਣ ਦੇਖੋ ਜੀ, ਇੱਕ ਆ ਗਈ ਜੀ, ਹਾਂ, ਵਿਅਕਤੀਗਤ ਵਿਸ਼ੇਸ਼ਤਾਵਾਂ ਕਿਹੜੀਆਂ ਹੋਣੀਆਂ ਚਾਹੀਦੀਆਂ ਹਨ। ਸਧਾਰਨ ਗੁਣ ਹੋ ਗਏ, ਪੰਜਾਬੀ ਭਾਸ਼ਾ ਦੇ ਸਧਾਰਨ ਗੁਣ ਅਤੇ ਵਿਸ਼ੇਸ਼ ਗੁਣ ਹੋ ਗਏ। ਉਸ ਦੀਆਂ ਵਿਅਕਤੀਗਤ ਵਿਸ਼ੇਸ਼ਤਾਵਾਂ, ਪੰਜਾਬੀ ਭਾਸ਼ਾ ਅਤੇ ਸਾਹਿਤ ਦਾ ਵਿਦਵਾਨ ਹੋਵੇ, ਅਧਿਆਪਨ ਪੇਸ਼ੇ ਦਾ ਮਾਹਰ ਹੋਵੇ। ਪੰਜਾਬੀ ਭਾਸ਼ਾ ਦਾ ਅਧਿਆਪਕ ਨੂੰ ਪੰਜਾਬੀ ਭਾਸ਼ਾ ਦਾ ਗਿਆਨ ਵੀ ਹੋਣਾ ਬਹੁਤ ਜ਼ਰੂਰੀ ਹੈ ਅਤੇ ਪੰਜਾਬੀ ਸਾਹਿਤ ਦਾ ਗਿਆਨ ਵੀ ਹੋਣਾ ਬਹੁਤ ਜ਼ਰੂਰੀ ਹੈ। ਦੋਨਾਂ ਚੀਜ਼ਾਂ ਦਾ ਅਧਿਆਪਨ ਪੇਸ਼ੇ ਦੇ ਵਿੱਚ ਐਕਸਪਰਟ ਹੋਣਾ, ਸਹਿਣਸ਼ੀਲ ਹੋਣੀ ਚਾਹੀਦਾ ਜਿਹੜਾ ਅਧਿਆਪਕ, ਆਤਮ ਵਿਸ਼ਵਾਸੀ, ਆਪਣੇ ਆਪ ਦੇ ਵਿੱਚ ਜਿੰਨਾ ਚਿਰ ਕੋਈ ਅਧਿਆਪਕ ਸੈਲਫ ਕੌਨਫੀਡੈਂਟ ਨਹੀਂ ਹੈ, ਉਹਨਾਂ ਟਾਈਮ ਸਹੀ ਤਰੀਕੇ ਨਾਲ ਵਿਦਿਆਰਥੀ ਨੂੰ ਗਾਈਡ ਨਹੀਂ ਕਰ ਸਕੇਗਾ। ਆਤਮ ਨਿਯੰਤਰਣ ਕਰਨ ਵਾਲਾ ਹੋਵੇ, ਆਪਣੇ ਆਪ ਦੇ ਉੱਪਰ ਨਿਯੰਤਰਣ ਹੋਣਾ ਚਾਹੀਦਾ ਹੈ। ਇਸ ਕਰਕੇ ਹੀ ਤਾਂ ਹੀ ਤੁਹਾਨੂੰ ਕਹਿੰਦਾ ਹੁੰਦਾ ਮੈਂ ਵੀ ਯੋਗ ਵਗੈਰਾ ਕਰਿਆ ਕਰੋ। ਆਪਣੇ ਆਪ 'ਤੇ ਨਿਯੰਤਰਣ ਹੋਣਾ ਬੜਾ ਜ਼ਰੂਰੀ ਹੈ। ਕੰਟਰੋਲ, ਸੈਲਫ ਕੰਟਰੋਲ, ਮਜਨੂ ਕੰਟਰੋਲ। ਪਹਿਲ ਕਦਮੀ ਕਰਨ ਵਾਲਾ ਅਤੇ ਸਾਧਨ ਸੰਪੰਨ ਹੋਣਾ ਚਾਹੀਦਾ ਹੈ। ਪਹਿਲ ਕਦਮੀ ਵੀ ਕਰਨ ਵਾਲਾ ਹੋਣਾ ਚਾਹੀਦਾ, ਕਿਉਂਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਵਿਸ਼ੇ ਹੈ ਜਿਨ੍ਹਾਂ ਦੇ ਵਿੱਚ ਕੋਈ ਪਹਿਲ ਕਦਮੀ ਨਹੀਂ ਕਰਦਾ ਤਾਂ ਉਹ ਕਿਹਦੇ ਨਾਲ ਸੰਬੰਧਿਤ ਹੁੰਦੇ ਆ, ਜਮਾਤ ਦੇ ਨਾਲ, ਵਿਦਿਆਰਥੀਆਂ ਦੇ ਨਾਲ ਸੰਬੰਧਿਤ, ਸਕੂਲ ਦੇ ਨਾਲ ਸੰਬੰਧਿਤ, ਸਮਾਜ ਦੇ ਨਾਲ ਸੰਬੰਧਿਤ ਜੁੜੇ ਹੋਏ ਕੁਝ ਇਸ ਤਰ੍ਹਾਂ ਦੇ ਟੌਪਿਕ, ਕੁਝ ਇਸ ਤਰ੍ਹਾਂ ਦੇ ਮੁੱਦੇ ਹੁੰਦੇ ਹਨ ਜੋ ਜ਼ਰੂਰੀ ਹਨ ਵੀ ਅਧਿਆਪਕ ਉਸ ਦੇ ਵਿੱਚ ਪਹਿਲ ਕਦਮੀ ਕਰੇ। ਪੱਖਪਾਤ ਰਹਿਤ ਅਤੇ ਸੁਹਿਰਦ ਵਿਅਕਤੀ ਹੋਣਾ ਚਾਹੀਦਾ ਹੈ ਅਧਿਆਪਕ ਨੂੰ ਕਿਸੇ ਦਾ ਵੀ ਪੱਖਪਾਤ ਨਹੀਂ ਕਰਨਾ ਚਾਹੀਦਾ, ਜਮਾਤ ਦੇ ਵਿੱਚ ਵੀ ਨਹੀਂ, ਸਮਾਜ ਦੇ ਵਿੱਚ ਵੀ ਨਹੀਂ, ਈਵਨ ਆਪਣੇ ਨਾਲ ਦੇ ਜਿਹੜੇ ਉਹਦੇ ਸਹਿਕਰਮੀ ਆ ਉਹਨਾਂ ਦੇ ਵਿੱਚ ਵੀ ਉਸ ਨੂੰ ਇਸ ਤਰ੍ਹਾਂ ਦਾ ਰਹਿਣਾ ਚਾਹੀਦਾ ਹੈ, ਪੱਖਪਾਤ ਰਹਿਤ, ਸੁਹਿਰਦ, ਚੰਗੇ ਹਿਰਦੇ ਵਾਲਾ, ਹਮਦਰਦ ਅਤੇ ਕੁਸ਼ਲ ਹੋਣਾ ਚਾਹੀਦਾ ਹੈ, ਚੰਗਾ ਸੰਗਠਨਕਰਤਾ, ਗਾਈਡ ਅਤੇ ਨਿਰਦੇਸ਼ਕ ਹੋਣਾ ਚਾਹੀਦਾ। ਕਾਮਨ ਜੀਆਂ ਗੱਲਾਂ। ਇਹ ਕੀ ਚੀਜ਼ ਸੀ? ਉਸ ਦੀਆਂ ਵਿਅਕਤੀਗਤ ਵਿਸ਼ੇਸ਼ਤਾਵਾਂ। ਪੰਜਾਬੀ ਅਧਿਆਪਕ ਦੇ ਕਿਹੜੇ ਫਰਜ਼ ਹੈ ਜੀ? ਦੇਖੋ, ਪਹਿਲਾਂ ਤਾਂ ਪਾਠ ਯੋਜਨਾ ਦਾ ਨਿਰਮਾਣ ਕਰਨਾ। ਪਾਠ ਯੋਜਨਾ ਦਾ ਨਿਰਮਾਣ ਬੜਾ ਜ਼ਰੂਰੀ ਹੈ। ਪੂਰਵ ਗਿਆਨ ਨੂੰ ਵਰਤਮਾਨ ਉਸ ਨੂੰ ਜਿਹੜਾ ਗਿਆਨ ਦੇਣਾ ਹੋਵੇ ਉਸ ਗਿਆਨ ਦੇ ਨਾਲ ਸੰਬੰਧਿਤ ਪੂਰਵ ਗਿਆਨ ਨੂੰ ਨਾਲ ਸੰਬੰਧਿਤ ਕਰਨਾ, ਦੋਨਾਂ ਨੂੰ, ਪੂਰਵ ਗਿਆਨ ਨੂੰ ਅਤੇ ਵਰਤਮਾਨ ਗਿਆਨ ਨੂੰ, ਇਹ ਬੜਾ ਜ਼ਰੂਰੀ ਹੈ। ਉਸ ਤੋਂ ਬਾਅਦ ਅਧਿਆਪਨ ਕਰਾਉਣਾ, ਨਿਰੀਖਣ ਕਰਨਾ, ਰਿਕਾਰਡ ਤਿਆਰ ਕਰਨਾ, ਪ੍ਰੀਖਿਆਵਾਂ ਦਾ ਪ੍ਰਬੰਧ ਕਰਨਾ, ਪਾਠੰਤਰ ਕਿਰਿਆਵਾਂ ਦਾ ਸੰਗਠਨ ਕਰਨਾ, ਉੱਚਿਤ ਅਵਸਥਾ ਕਰਨੀ, ਇਹ ਸਾਰੇ ਪੰਜਾਬੀ ਅਧਿਆਪਕ ਦੇ ਫਰਜ਼ ਹਨ। ਤੁਸੀਂ ਵੀ ਪੰਜਾਬੀ ਦੇ ਅਧਿਆਪਕ ਬਣੋਗੇ। ਮੈਂ ਉਮੀਦ ਕਰਦਾ ਵੀ ਤੁਸੀਂ ਆਹ ਫਰਜ਼ ਬੇਟਾ ਜੀ ਜ਼ਰੂਰ ਨਿਭਾਇਓ। ਠੀਕ ਹੈ, ਜ਼ਿੰਦਗੀ ਦੇ ਵਿੱਚ ਵਾਧੇ ਘਾਟੇ ਆਉਂਦੇ ਰਹਿੰਦੇ ਆ, ਪਰ ਕਦੇ ਵੀ ਆਪਣਾ ਜਿਹੜਾ ਤੁਹਾਡਾ ਕਿੱਤਾ ਹੈ, ਪ੍ਰੋਫੈਸ਼ਨ, ਉਹਦੇ ਨਾਲ ਕਦੇ ਵੀ ਧੋਖਾ ਨਾ ਕਰਿਓ। ਵਿਦਿਆਰਥੀਆਂ ਦੇ ਨਾਲ ਕਦੇ ਵੀ ਧੋਖਾ ਨਾ ਕਰਿਓ। ਵਿਦਿਆਰਥੀਆਂ ਦੇ ਨਾਲ ਹਮੇਸ਼ਾ ਹਮਦਰਦ, ਗਾਈਡ ਅਤੇ ਨਿਰਦੇਸ਼ ਦੇਣ ਵਾਲੇ ਰਹੋ, ਤਾਂ ਜੋ ਵਿਦਿਆਰਥੀ ਹਮੇਸ਼ਾ ਤੁਹਾਨੂੰ ਫੋਲੋ ਕਰਦੇ ਰਹਿਣ, ਹਮੇਸ਼ਾ ਤੁਹਾਨੂੰ ਯਾਦ ਰੱਖਣ। ਲਓ ਜੀ, ਪੰਜਾਬੀ ਭਾਸ਼ਾ ਅਧਿਆਪਕ ਦੇ ਫਰਜ਼ ਆਪਾਂ ਪੂਰੇ ਹੋ ਗਏ ਆ।
ਅਗਲੀ ਜਮਾਤ ਦੇ ਵਿੱਚ ਆਪਾਂ ਪੜਾਂਗੇ ਪੰਜਾਬੀ ਭਾਸ਼ਾ ਸੰਬੰਧੀ ਸਮੱਸਿਆਵਾਂ ਤੇ ਸੁਧਾਰ। ਇਹਦੇ ਵਿੱਚੋਂ ਜਿਹੜਾ ਪ੍ਰਸ਼ਨ ਆਊਗਾ ਪੰਜਾਬੀ ਭਾਸ਼ਾ ਅਧਿਆਪਕ ਦਾ, ਉਹਦੇ ਵਿੱਚ ਸਧਾਰਨ ਅਤੇ ਵਿਸ਼ੇਸ਼ ਗੁਣਾਂ ਨੂੰ ਤੁਸੀਂ ਅੱਡ-ਅੱਡ ਕਰਕੇ ਯਾਦ ਕਰਨਾ ਹੈ, ਅਲੱਗ-ਅਲੱਗ ਯਾਦ ਕਰਨਾ ਹੈ। ਜਦੋਂ ਤੁਸੀਂ ਅਲੱਗ-ਅਲੱਗ ਯਾਦ ਕਰੋਗੇ ਉਸ ਸਥਿਤੀ ਦੇ ਵਿੱਚ ਤੁਸੀਂ ਉਸ ਨੂੰ ਇਸ ਸੰਬੰਧੀ ਜਿਹੜਾ ਪ੍ਰਸ਼ਨ ਆਊਗਾ ਸਧਾਰਨ ਤੇ ਵਿਸ਼ੇਸ਼ ਗੁਣ ਦੇ ਵਿੱਚ ਉਹਨੂੰ ਆਸਾਨੀ ਦੇ ਨਾਲ ਤੁਸੀਂ ਸਹੀ ਕਰ ਜਾਓਗੇ। ਲਓ ਜੀ, ਪੰਜਾਬੀ ਭਾਸ਼ਾ ਅਧਿਆਪਕ ਦੀ ਇੱਕ ਆਪਾਂ ਤਸਵੀਰ ਸੋਹਣੀ ਜੀ ਬਣਾ ਦਿੱਤੀ ਹੈ ਜੀ। ਅਗਲੀ ਜਮਾਤ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਆਪਾਂ ਜੋ ਪੜ੍ਹਨਾ ਹੈ ਉਹ ਹੈਗਾ ਜੀ ਸਾਡਾ ਇੱਕ ਛੋਟਾ ਜਿਹਾ ਟੌਪਿਕ ਹੈ ਪੰਜਾਬੀ ਭਾਸ਼ਾ ਅਧਿਆਪਨ। ਪੰਜਾਬੀ ਭਾਸ਼ਾ ਸੰਬੰਧੀ ਸਮੱਸਿਆਵਾਂ ਕਿਹੜੀਆਂ-ਕਿਹੜੀਆਂ ਆ ਰਹੀਆਂ ਅਤੇ ਉਸ ਸਮੱਸਿਆਵਾਂ ਨੂੰ ਦੂਰ ਕਰਨ ਦੇ ਕੀ ਉਪਾਅ, ਉਹਦੇ ਵਿੱਚ ਕੀ ਸੁਧਾਰ ਕੀਤੇ ਜਾ ਸਕਦੇ ਹਨ, ਅਗਲੀ ਜਮਾਤ ਦੇ ਵਿੱਚ ਗੱਲ ਕਰਾਂਗੇ ਜੀ। ਸਤਿ ਸ੍ਰੀ ਅਕਾਲ।